ਜਿਹੜਾ ਵੀ ਜੀ ਰੋਟੀ ਖਾਂਦਾ ਹੈ, ਭਾਵੇਂ ਉਹ ਹਿੰਦੂ ਹੈ, ਭਾਵੇਂ ਉਹ ਮੁਸਲਮਾਨ ਹੈ, ਭਾਵੇਂ ਉਹ ਤਾਮਿਲਨਾਡੂ ਦਾ ਹੈ, ਭਾਵੇਂ ਉਹ ਕੇਰਲਾ ਦਾ ਹੈ, ਭਾਵੇਂ ਉਹ ਸ਼ਹਿਰ ਦਾ, ਭਾਵੇਂ ਉਹ ਪਿੰਡ ਦਾ ਹੈ, ਇਹ ਅੰਦੋਲਨ ਉਹਨਾਂ ਸਾਰਿਆਂ ਦਾ, ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਵੰਡ ਛਕੋ। ਪਰ ਇਸ ਸਰਕਾਰ ਨੇ ਉਹਦਾ ਵਪਾਰ ਬਣਾਤਾ ਵੀ ਐਗਰੋ ਬਿਜ਼ਨਸ ਜਿਹੜਾ ਹੈ, ਖੇਤੀ ਦਾ ਜਿਹੜਾ ਵਪਾਰ ਹੈ, ਉਹ ਕੰਪਨੀਆਂ ਕਰਨਗੀਆਂ, ਵੱਡੇ ਘਰਾਣੇ ਕਰਨਗੇ, ਛੋਟੇ ਨਹੀਂ ਕਰ ਸਕਦੇ। 30,000 ਕਰੋੜ ਦਾ ਇਕੱਠਾ ਹੀ ਮਾਲ ਆ ਗਿਆ, 30,000 ਕਰੋੜ ਦਾ, ਤੇ ਪੂਰੇ ਦੇਸ਼ 'ਚ ਵੰਡੇਗਾ, ਕਿਸੇ ਤੇ ਕੋਈ ਮੁਕੱਦਮਾ ਨਹੀਂ। ਅਡਾਨੀ ਸੇਫ। ਤੁਹਾਡਾ ਖੇਤੀ ਦਾ ਸਾਰਾ ਕਾਰੋਬਾਰ ਜਿਹੜਾ 15 ਲੱਖ ਕਰੋੜ ਦਾ ਹੈ, ਉਹ ਕੰਪਨੀਆਂ ਕਰਨਗੀਆਂ। 2024 ਤੱਕ ਆਨਲਾਈਨ ਬਿਜ਼ਨਸ 4 ਗੁਣਾ ਵਧੇਗਾ, ਸਾਰੇ ਬਾਜ਼ਾਰ ਠੱਪ, ਚੰਦ ਕੰਪਨੀਆਂ ਦੇ ਕੋਲ ਸਾਰਾ ਬਿਜ਼ਨਸ ਜਾਏਗਾ। ਜਿਹੜਾ ਸੈਂਟਰ ਸਰਕਾਰ ਦੇ ਖਿਲਾਫ ਬੋਲੇਗਾ ਉਸਦੇ ਘਰ ਦੀ ਤਲਾਸ਼ੀ ਲੈਣਗੇ ਤੇ ਕਹਿਣਗੇ ਇਹਦੇ ਕੋਲ ਸਮੈਕ ਮਿਲੀ ਹੈ। ਦੇਸ਼ ਜਿਹੜਾ ਹੈ ਉਹ ਗੁਲਾਮ ਹੋਣ 'ਚ ਕੋਈ ਬਹੁਤੀ ਲੰਬੀ ਚੌੜੀ ਕਸਰ ਨਹੀਂ ਹੈ, ਗੁਲਾਮ ਹੋ ਚੱਲੇ ਹੈ। ਤੁਹਾਡਾ ਜਿਹੜਾ ਇਹ ਅੰਦੋਲਨ ਹੈ, ਇਹ ਆਪਣੇ ਵਾਸਤੇ ਵੀ ਹੈ ਤੇ ਇਹ ਆਉਣ ਵਾਲੀ ਪੀੜ੍ਹੀ ਦੇ ਵਾਸਤੇ ਵੀ ਹੈ। ਆਪਾਂ ਉਹਨਾਂ ਦੇ ਹੀ ਤਲਵੇ ਚੱਟਦੇ ਆ, ਆਪਾਂ ਉਹਨਾਂ ਨੂੰ ਹੀ ਸਲੂਟ ਮਾਰਦੇ ਆ, ਆਪਾਂ ਉਹਨਾਂ ਦੀ ਹੀ ਜੈ ਜੈਕਾਰ ਕਰਦੇ ਆ। ਹੁਣ 2022 'ਚ ਫਿਰ ਜੇ ਤੁਸੀਂ ਉਹਨਾਂ ਨੂੰ ਬਣਾਤਾ ਤੇ ਫਿਰ ਕਸੂਰ ਕਿਹਦਾ ਹੋਏਗਾ? ਸ਼ਹੀਦਾਂ ਦੀ ਯਾਦ ਵਿੱਚ ਅੱਜ ਦੀ ਸਭਾ ਦੇ ਆਯੋਜਕਗਣ, ਉਹਨਾਂ ਦੀ ਪੂਰੀ ਟੀਮ, ਮੰਚ ਤੇ ਬੈਠੇ ਸਾਰੇ ਆਗੂ ਸਾਹਿਬਾਨ, ਸਾਹਮਣੇ ਬੈਠੇ ਸਾਡੇ ਕਿਸਾਨ ਵੀਰੋ, ਬਜ਼ੁਰਗੋ, ਪਿਆਰੇ ਬੱਚਿਓ, ਸਾਡੀਆਂ ਭੈਣਾਂ ਬੈਠੀਆਂ ਨੇ, ਸਾਡੇ ਪੱਤਰਕਾਰ ਵੀਰ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪਹਿਲਾਂ ਤੇ 2-3 ਬੇਨਤੀਆਂ ਇਹ ਕਰਨੀ ਚਾਹਾਂਗਾ ਕਿ ਇਹ ਅੰਦੋਲਨ ਇਕੱਲੇ ਪੰਜਾਬ ਦਾ ਨਹੀਂ ਹੈ। ਅਸੀਂ ਆਪੇ ਹੀ ਪੰਜਾਬ ਦਾ ਨਾ ਬਣਾਈ ਜਾਈਏ। ਸਰਕਾਰ ਤੇ ਕਹਿੰਦੀ ਹੈ ਪੰਜਾਬ ਦਾ, ਇਹ ਅੰਦੋਲਨ ਸਾਰੇ ਦੇਸ਼ ਦਾ ਹੈ। ਆਪਾਂ ਸਾਰੇ ਦੇਸ਼ ਵਾਸਤੇ ਲੜ ਰਹੇ ਹਾਂ। ਜਿਹੜਾ ਵੀ ਜੀ ਰੋਟੀ ਖਾਂਦਾ ਹੈ, ਇਕੱਲੇ ਕਿਸਾਨਾਂ ਦਾ ਨਹੀਂ ਹੈ, ਜਿਹੜਾ ਵੀ ਜੀ ਰੋਟੀ ਖਾਂਦਾ ਹੈ, ਭਾਵੇਂ ਉਹ ਹਿੰਦੂ ਹੈ, ਭਾਵੇਂ ਉਹ ਮੁਸਲਮਾਨ ਹੈ, ਭਾਵੇਂ ਉਹ ਤਾਮਿਲਨਾਡੂ ਦਾ ਹੈ, ਭਾਵੇਂ ਉਹ ਕੇਰਲਾ ਦਾ ਹੈ, ਭਾਵੇਂ ਉਹ ਸ਼ਹਿਰ ਦਾ, ਭਾਵੇਂ ਉਹ ਪਿੰਡ ਦਾ ਹੈ, ਇਹ ਅੰਦੋਲਨ ਉਹਨਾਂ ਸਾਰਿਆਂ ਦਾ ਹੈ। ਇਹ ਅੰਦੋਲਨ ਖਾਲੀ ਜੱਟਾਂ ਦਾ ਨਹੀਂ ਹੈ। ਕਈ ਸਾਡੇ ਭਰਾਵਾਂ ਨੇ ਗਾਣੇ ਲਿਖੇ ਜੱਟਾਂ ਦੇ ਨਾਂ ਤੇ ਵੀ ਜੱਟਾਂ ਦਾ ਅੰਦੋਲਨ ਹੈ, ਨਹੀਂ। ਇਹ 36 ਬਰਾਦਰੀ ਦਾ, ਜਿਹਨੂੰ ਆਪਾਂ ਕਹਿ ਸਕਦੇ ਹਾਂ, ਜਾਂ ਆਪਾਂ ਕਹਿ ਸਕਦੇ ਹਾਂ ਮਾਨਵਤਾ ਦਾ ਅੰਦੋਲਨ ਹੈ। ਜਿਹੜਾ ਅੱਜ ਪੂਰਾ ਜਿਹੜਾ ਭੋਜਨ ਹੈ, ਰੋਟੀ ਹੈ, ਉਹਦਾ ਬਿਜ਼ਨਸ, ਉਹਦਾ ਵਪਾਰ, ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਵੰਡ ਛਕੋ, ਪਰ ਇਸ ਸਰਕਾਰ ਨੇ ਉਹਦਾ ਵਪਾਰ ਬਣਾਤਾ ਵੀ ਐਗਰੋ ਬਿਜ਼ਨਸ ਜਿਹੜਾ ਹੈ, ਖੇਤੀ ਦਾ ਜਿਹੜਾ ਵਪਾਰ ਹੈ, ਉਹ ਕੰਪਨੀਆਂ ਕਰਨਗੀਆਂ, ਵੱਡੇ ਘਰਾਣੇ ਕਰਨਗੇ, ਛੋਟੇ ਨਹੀਂ ਕਰ ਸਕਦੇ। ਤੁਹਾਡਾ ਖੇਤੀ ਦਾ ਸਾਰਾ ਕਾਰੋਬਾਰ ਜਿਹੜਾ 15 ਲੱਖ ਕਰੋੜ ਦਾ ਹੈ, ਉਹ ਕੰਪਨੀਆਂ ਕਰਨਗੀਆਂ। ਉਦੋਂ ਅਗਲਾ ਪੜਾਅ ਜਿਹੜਾ ਇਹਦਾ ਠੇਕਾ ਪ੍ਰਥਾ ਕਹਿ ਲਓ, ਉਹ ਪਹਿਲੀ ਪੌੜੀ ਆ। ਉਸ ਤੋਂ ਬਾਅਦ ਹੋਰ ਨਵੀਆਂ ਪੌੜੀਆਂ ਆਣੀਆਂ ਨੇ। ਪੂਰੇ ਦੇਸ਼ ਦੀ ਜਿਹੜੀ ਖੇਤੀ ਹੈ, ਕਿਉਂਕਿ ਤੁਹਾਡਾ ਮੁਕਾਬਲਾ ਅਮਰੀਕਾ ਦੇ ਨਾਲ ਹੈ। ਤੁਹਾਡੇ ਕੋਲ 5 ਕਿੱਲੇ ਜ਼ਮੀਨ ਹੈ, ਅਮਰੀਕਾ ਦੇ ਕਿਸਾਨ ਦੇ ਕੋਲ 20,000 ਕਿੱਲੇ ਜ਼ਮੀਨ ਹੈ। ਤੁਹਾਡਾ ਮੁਕਾਬਲਾ ਉਹਨਾਂ ਦੇ ਨਾਲ ਕਰਾਉਣਾ ਹੈ ਤੇ 5 ਕਿੱਲੇ ਵਾਲਾ 20,000 ਕਿੱਲੇ ਵਾਲੇ ਦੇ ਨਾਲ ਮੁਕਾਬਲਾ ਨਹੀਂ ਕਰ ਸਕਦਾ। ਇਸ ਕਰਕੇ ਇੱਥੇ ਵੀ 10,000 ਕਿੱਲੇ ਦਾ, 5,000 ਕਿੱਲੇ ਦਾ ਪਲਾਟ ਬਣਾ ਕੇ ਕੰਪਨੀਆਂ ਖੇਤੀ ਕਰਨਗੀਆਂ। ਇੱਥੇ ਲੇਬਰ ਨਾਲ ਖੇਤੀ ਹੁੰਦੀ ਹੈ, ਉੱਥੇ ਮਸ਼ੀਨ ਨਾਲ ਖੇਤੀ ਹੁੰਦੀ ਹੈ। ਵੱਡੇ ਪਲਾਟ ਕਈ ਹਜ਼ਾਰ ਏਕੜ ਦੇ ਬਣਾ ਕੇ ਮਸ਼ੀਨ ਨਾਲ ਖੇਤੀ ਹੋਏਗੀ ਤੇ ਜਿੰਨਾ ਖੇਤੀ ਦਾ ਕਾਰੋਬਾਰ ਹੈ, ਉਹ ਸਾਰਾ ਕੰਪਨੀਆਂ ਦੇ ਹਵਾਲੇ ਕਰਨਾ। ਜਿੰਨਾ ਬਾਜ਼ਾਰ ਦਾ ਕਾਰੋਬਾਰ ਹੈ, ਜਿਹੜੇ ਸ਼ਹਿਰ ਵਾਲੇ ਵੀਰ ਨੇ ਉਹ ਸਾਡੇ ਤੋਂ ਵੀ ਪਹਿਲਾਂ ਗਏ,
2024 तक ऑनलाइन बिजनेस 4 गुना ਵਧੇਗਾ। सारे बाजार ठप, चंद कंपनियां दे कोल सारा बिजनेस जाएगा। इत्थों तक कि हस्पतालों दे विच डॉक्टरी लैन दे विच इहदे च कंपनियां इंटर कर गईयां। जिन्ने वड्डे हस्पताल ने कंपनियां ने खोल ले। जे एक रात भी तुसी हस्पताल लाओगे तो लाख रुपये का खर्चा आ जाएगा। उत्थे भी कंपनियां ने कब्जा कर लिया। सारे देश के कारोबार कंपनियां ने हड़प ले। एक कारोबार देश दे विच होर चलदा सी, जिहदे च पंजाब रौला ज़्यादा पांदा सी, बाकी पूरे देश च कारोबार है नशे का कारोबार। नशे का कारोबार हुण वो भी कंपनियां करनगियां। पंजाब का 50 किलोमीटर एरिया उन्हां सेंटर के हवाले करता। ये एक तीर नाल 2 शिकार करनगे। एक कोई किलो समैक ले आउंदा है, कोई 5 किलो ले आउंदा है। आ परचून च बेचदे ने। ये बड़ा मुनाफे का कारोबार है। पर हुण इहनूं अडानी करेगा। 30,000 करोड़ का इकट्ठा ही माल आ गया। 30,000 करोड़ का ते पूरे देश च वंडेगा। किसी ते कोई मुकदमा नहीं। अडानी सेफ, कोई मुकदमा नहीं। ये कारोबार भी अगे वास्ते कंपनियां करनगियां। ये कारोबार भी अडानी वर्गे करनगे। क्यों? जे जिहड़ा इत्थे किलो ले आउंदा है वो सारा बंद करना है। अद्धी किलो कोई 5 किलो ले आउंदा है वो सारा बंद करना है। दूजा फायदा, दूजा शिकार ये होएगा कि जिहड़ा बीजेपी के खिलाफ बोलेगा, जिहड़ा सेंटर सरकार के खिलाफ बोलेगा, उसके घर की तलाशी लैणगे ते कहणगे इहदे कोल समैक मिली है 10 ग्राम समैक मिली है, पा के चल अंदर। या तो सरकार दे नाल रहेगा ते या फिर जेल का दरवाजा उहदे वास्ते खुलेगा। ये ब्लैकमेलिंग करेगी सेंटर सरकार। ते देश जिहड़ा है वो गुलाम होने च कोई बहुत ही लंबी चौड़ी कसर नहीं है। गुलाम हो चले है। सोचना तुसी ये है, अमरीका दे विच ते तुहाडे देश दे विच फर्क है। अमरीका वाली पॉलिसी इत्थे लागू कर रहे ने। अमरीका दे विच बंदे दे जिउंदे रहण दी सारी जिम्मेवारी सरकार दी है। जे उन्होंने पढ़ाउणा है तो सरकार की जिम्मेवारी है, तुहाडा खर्चा नहीं है। जे वो काम नहीं कर सकता या उन्होंने काम मिलिया नहीं तो सरकार पैसा देगी। जे बीमार हो गया है तो टेलीफोन करना है, सरकार इलाज कराएगी। उन्होंने अगली पीढ़ी का भी फिक्र नहीं है, क्योंकि अगली पीढ़ी की जिम्मेवार भी सरकार है। पर हिंदुस्तान च इस तो उल्टा है। जे तुहानू 20 लाख रुपये का इलाज कराना पै जे, कोई बड़ी बीमारी पल्ले पै जे, तो किसी को लाने वास्ते पैसा ही नहीं। तुहाडी अगली पीढ़ी की जिम्मेवार भी तुसी होई हो, क्योंकि सरकार ने तुहानू रोजगार नहीं देना। सरकार ने उहदी कोई जिम्मेवारी नहीं उठनी। इस करके तुहाडा जिहड़ा ये अंदोलन है ये अपने वास्ते भी है तो ये आने वाली पीढ़ी के वास्ते भी है। तुहाडा जिहड़ा रोजगार है जिहदे ते 60% लोग देश के जिंदगी चला रहे ने, खेती का कारोबार, खेती दे जुड़े मजदूर, खेत के मालक, खेती दे जुड़े नाल दुकानदार, खाद बीज दवाई वाले, आड़ती, छोटे बिजनेसमैन, ये सारे खेती दे नाल जुड़े ने। ये सारा कारोबार तुहाडे तो खो के कारपोरेट ले जा रहे हैं। बरौलर दे विच 2004 दे विच कंपनी आई है। अज बरौलर का 95% कारोबार कंपनियां कोल चला गया। इस तरह खेती का कारोबार जो कंपनियां दे कोल टुर गया तो तुसी बेरोजगार हो गए, फिर तुसी सरकार की भीख ते जिउंदे रहोगे। पहला भुख दिंदे ने, फिर भीख दिंदे ने।
ਉਹਨਾਂ ਦੀ ਭੀਖ ਤੇ ਜਿਉਂਦੇ ਰਹੋਗੇ। 2-2 ਹਜ਼ਾਰ ਦੇ ਦਿੱਤੇ, ਆਪਾਂ ਨੇ 2-2 ਹਜ਼ਾਰ ਤੇ ਹੀ ਵੋਟ ਪਾਤੀ। ਸਾਲ 'ਚ 6 ਹਜ਼ਾਰ ਮਿਲ ਜਾਣਗੇ, ਆਪਾਂ ਉਸੇ ਤੇ ਵੋਟ ਪਾ ਦਿਆਂਗੇ, ਚਲੋ 6 ਤੇ ਮਿਲੇ। ਸਾਥੀਓ, ਇਹ ਜਿਹੜੀ ਲੜਾਈ ਹੈ, ਇਹ ਲੜਨਾ ਆਪਣੀ ਮਜਬੂਰੀ ਹੈ। ਜੇ ਆਪਾਂ ਆਪਣੀਆਂ ਆਉਣ ਵਾਲੀਆਂ ਨਸਲਾਂ ਬਚਾਉਣਾ ਚਾਹੁੰਦੇ ਆ, ਤੇ ਜੇ ਆਪਾਂ ਆਪਣੇ ਕਾਰੋਬਾਰ ਨੂੰ ਬਚਾਉਣਾ ਚਾਹੁੰਦੇ ਆ, ਤੇ ਕੁਰਬਾਨੀਆਂ ਵੀ ਹੋਣਗੀਆਂ। ਟੱਕਰ ਸਰਕਾਰ ਨਾਲ ਹੈ। ਬਦਕਿਸਮਤੀ ਹੈ ਸਾਡੇ ਦੇਸ਼ ਦੀ ਕਿ ਇੱਥੇ ਜਿਹੜੀ ਸਰਕਾਰ ਹੈ ਉਹ ਸੇਵਾਦਾਰ ਨਹੀਂ ਹੁੰਦੀ। ਸਰਕਾਰ ਦਾ ਮਤਲਬ ਹੁੰਦਾ ਹੈ ਜਨਤਾ ਦੀ ਸੇਵਕ। ਇੱਥੇ ਸਰਕਾਰ ਜਨਤਾ ਦੀ ਬੌਸ ਹੈ। ਉੱਤਰ ਪ੍ਰਦੇਸ਼ ਦੇ ਵਿੱਚ ਜਿਨ੍ਹਾਂ ਦੀ ਯਾਦ ਦੇ ਵਿੱਚ ਅੱਜ ਤੁਸੀਂ ਬੈਠੇ ਹੋ, ਉਹਨਾਂ ਦਾ ਕਸੂਰ ਸਿਰਫ ਇੰਨਾ ਹੈ ਕਿ ਉਹਨਾਂ ਸਰਕਾਰ ਦੇ ਅੱਗੇ ਆਪਣਾ ਪ੍ਰਦਰਸ਼ਨ ਕੀਤਾ, ਕਾਲੇ ਝੰਡੇ ਦਿਖਾਏ, ਤੇ ਉਹਨਾਂ ਨੂੰ ਸਰਕਾਰ ਦੇ ਮੰਤਰੀ ਦੇ ਬੇਟੇ ਨੇ ਮੰਤਰੀ ਦੇ ਇਸ਼ਾਰੇ ਤੇ ਕੁਚਲ ਦਿੱਤਾ, ਗੱਡੀਆਂ ਚੜਾ ਕੇ ਮਾਰ ਦਿੱਤਾ। ਅੱਜ ਤੱਕ ਕੋਈ ਮੰਤਰੀ ਗ੍ਰਿਫਤਾਰ ਨਹੀਂ ਹੋਇਆ। ਜਿਹੜਾ ਇਸ ਪੂਰੇ ਕੇਸ ਦਾ ਹੀਰੋ, ਜਿਹੜਾ ਪੂਰਾ ਕਾਂਡ ਕਰਾਉਣ ਵਾਲਾ, ਜਿਹੜਾ ਸਟੇਜ ਤੇ ਖੜ ਕੇ ਬੋਲ ਰਿਹਾ ਹੈ ਕਿ ਮੈਂ ਐਮਪੀ ਹੀ ਨਹੀਂ, ਐਮਪੀ ਤੋਂ ਪਹਿਲਾਂ ਵੀ ਬਹੁਤ ਕੁਝ ਸੀ। ਕਹਿਣ ਦਾ ਮਤਲਬ ਸੀ ਐਮਪੀ ਤੋਂ ਪਹਿਲਾਂ ਮੈਂ ਕਈ ਕਤਲ ਕਰਤੇ ਸੀ ਤੇ ਮੇਰਾ ਕੁਝ ਨਹੀਂ ਵਿਗੜਿਆ। ਇਹਨਾਂ ਦੀ ਜ਼ਮੀਨਾਂ ਜਿਹੜੇ ਪੱਟੇ ਤੇ ਲਏ ਨੇ, ਇਹਨਾਂ ਤੋਂ ਖੋਹਾਂਗੇ, ਇਹਨਾਂ ਦੇ ਮਕਾਨ ਕਰਵਾਵਾਂਗੇ। ਮੇਰਾ ਇਤਿਹਾਸ ਚੱਕ ਕੇ ਦੇਖ ਲਿਓ, ਆਪਾਂ ਕਿਸੇ ਦਾ ਆਧਾਰ ਨਹੀਂ ਰੱਖਦੇ। ਇਹ ਸਾਰਾ ਕੁਝ ਕਹਿ ਕੇ ਉਸ ਤੋਂ ਬਾਅਦ ਉਹ ਕਤਲ ਕਰਾਂਦਾ ਹੈ ਤੇ ਅੱਜ ਤੱਕ ਗੱਦੀ ਤੇ ਬੈਠਾ ਹੋਇਆ ਹੈ ਤੇ ਅੱਜ ਤੱਕ ਉਹਦੀ ਗ੍ਰਿਫਤਾਰੀ ਨਹੀਂ ਹੋਈ। ਅਸੀਂ ਇਸ ਪੰਚਾਇਤ ਦੇ ਮਾਧਿਅਮ ਤੋਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਉਸ ਮੰਤਰੀ ਨੂੰ ਛੇਤੀ ਗ੍ਰਿਫਤਾਰ ਕਰ ਲਿਓ, ਨਹੀਂ ਤੇ ਆਪਾਂ ਉਹਦੇ ਵਾਸਤੇ ਵੀ ਕੋਈ ਨਾ ਕੋਈ ਸਖਤ ਕਦਮ ਚੱਕਣਾ ਪਏਗਾ। ਸਾਥੀਓ, ਇਹ ਅੰਦੋਲਨ ਲੜਦਿਆਂ 10.5 ਮਹੀਨੇ ਸੜਕਾਂ ਤੇ ਬੈਠਿਆਂ ਨੂੰ ਹੋ ਗਏ। ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਅੰਦੋਲਨ ਚੱਲਦਾ ਰਿਹਾ, ਹਰਿਆਣਾ ਦੇ ਵਿੱਚ ਅੰਦੋਲਨ ਚੱਲਦਾ ਰਿਹਾ। 10 ਸਤੰਬਰ ਨੂੰ ਹਰਿਆਣੇ 'ਚ ਬੁਰੀ ਤਰ੍ਹਾਂ ਲਾਠੀ ਚਾਰਜ ਹੋਇਆ ਸੀ, ਬੜੇ ਲੋਕਾਂ ਦੇ ਸਿਰ ਪਾਟੇ ਸੀ। ਉਸ ਤੋਂ ਬਾਅਦ ਅੰਦੋਲਨ ਥੋੜਾ ਹੋਰ ਗਰਮ ਹੋ ਗਿਆ ਸੀ। 26 ਨਵੰਬਰ ਤੋਂ ਆਪਾਂ ਬੈਠੇ ਹੋਏ ਆ। 700 ਕਿਸਾਨਾਂ ਦੇ ਕਰੀਬ ਸ਼ਹੀਦ ਹੋ ਚੁੱਕੇ ਨੇ, ਪਰ ਕੋਈ ਸੁਣ ਨਹੀਂ ਰਿਹਾ, ਕੋਈ ਸੁਣ ਨਹੀਂ ਰਿਹਾ। ਤੇ ਇਹ ਸਰਕਾਰ ਮੈਨੂੰ ਲੱਗਦਾ ਹੈ ਬਈ ਜਿਵੇਂ ਕਹਿੰਦੇ ਨੇ ਵੀ ਸਿੱਧੀ ਉਂਗਲੀ ਨਾਲ ਘੀ ਨਹੀਂ ਨਿਕਲਦਾ, ਥੋੜੀ ਜਿਹੀ ਟੇਢੀ ਕਰਨੀ ਪਏਗੀ। ਸਰਾਫਤ ਨਾਲ ਇਹਨਾਂ ਨਹੀਂ ਮੰਨਣਾ। ਆਪਾਂ ਆਪਣੇ ਮੋਰਚੇ 'ਚ ਗੱਲ ਰੱਖਾਂਗੇ। ਕਿਸਾਨ ਮਜ਼ਦੂਰ ਫੈਡਰੇਸ਼ਨ ਜਿਹਦੇ 'ਚ ਫੂਲ ਸਾਹਿਬ ਸ਼ਾਮਲ ਨੇ, ਅਸੀਂ ਫੈਸਲਾ ਲਿਆ ਵੀ ਹੈ ਸੀ ਵੀ ਅਸੀਂ ਮੋਰਚੇ ਦੇ ਅੱਗੇ ਆਪਣੀ ਬੇਨਤੀ ਰੱਖਾਂਗੇ ਬਈ 1 ਸਾਲ ਬੈਠੇ ਨੂੰ ਜਦੋਂ ਹੋ ਜੇ ਸਾਲ ਤੇ ਵੀ ਸਰਕਾਰ ਨਾ ਮੰਨੇ ਤੇ ਫਿਰ ਆਪਾਂ ਨੂੰ ਥੋੜਾ ਜਿਹਾ ਕਿਹੜੇ ਹੋ ਜਾਣਾ ਚਾਹੀਦਾ ਹੈ। ਆਪਾਂ ਨੂੰ ਮੋਦੀ ਦਾ ਘਰ ਦਾ ਜਾ ਕੇ ਉੱਥੇ ਟੈਂਟ ਗੱਡ ਦੇਣੇ ਚਾਹੀਦੇ। ਕੁਰਬਾਨੀਆਂ ਤੇ ਦੇਣੀਆਂ ਪੈਣੀਆਂ ਜੇ। ਭੁੱਖ ਨਾਲ ਤੇ ਨਾ ਮਰਨਗੇ, ਧਰਨਿਆਂ ਤੇ ਬੈਠੇ ਤੇ ਨਾ ਮਰਨਗੇ। ਸਰਕਾਰ ਗੋਲੀਆਂ ਨਾਲ ਹੀ ਮਾਰ ਲੇਗੀ, ਜਿੰਨੇ ਮਾਰੇਗੀ ਇੱਕ ਵਾਰੀ। ਉਹ ਆਪਣਾ ਸ਼ੌਕ ਪੂਰਾ ਕਰ ਲੈਣਗੇ। ਆਪਾਂ ਕਿਸੇ ਤੇ ਹੱਥ ਨਹੀਂ ਚੱਕਣਾ, ਆਪਾਂ ਕੋਈ ਡੰਡਾ ਸੁੱਟੀ ਨਹੀਂ ਹੋਣਾ। ਉਹ ਮਾਰਦੇ ਨੇ, ਮਾਰੋ। ਲੜਾਈ ਤੇ ਅੰਦੋਲਨ ਦੇ ਵਿੱਚ ਅੰਤਰ ਹੈ। ਲੜਾਈ ਉਹ ਹੁੰਦੀ ਹੈ ਵੀ ਜੇ ਅਗਲਾ ਕਿਰਪਾਨ ਕੱਢਦਾ ਤੇ ਆਪ ਵੀ ਕਿਰਪਾਨ ਕੱਢੋ, ਉਹ ਲੜਾਈ ਹੁੰਦੀ ਹੈ। ਅੰਦੋਲਨ ਉਹ ਹੈ ਬਈ ਸਰਕਾਰ ਹੱਥ ਚੱਕਦੀ ਹੈ, ਬਿਸ਼ੱਕ ਚੱਕੇ, ਪਰ ਅਸੀਂ ਹੱਥ ਨਹੀਂ ਚੱਕਣਾ। ਜੇ ਅਸੀਂ ਹੱਥ ਚੱਕਾਂਗੇ ਅੰਦੋਲਨ ਸਾਡੇ ਖਿਲਾਫ ਚਲਾ ਜਾਏਗਾ, ਜੇ ਸਰਕਾਰ ਹੱਥ ਚੱਕੇਗੀ ਤੇ ਸਰਕਾਰ ਦੇ ਖਿਲਾਫ ਚਲਾ ਜਾਏਗਾ। ਇਸ ਕਰਕੇ ਅਸੀਂ ਸਾਰੇ ਅੰਦੋਲਨਾਂ ਦੇ ਵਿੱਚ ਇੰਨਾ ਕੁ ਤੇ ਪਰਹੇਜ਼ ਰੱਖਣਾ ਹੈ ਬਈ ਆਪਾਂ ਹੱਥ ਨਹੀਂ ਚੱਕਾਂਗੇ।
पर इस तरह बह के जिस तरह आप 10 महीने तो बैठे हुए हाँ, जे 10.5 महीने च सरकार ने कुछ नहीं सुनिया तो अगले 10.5 महीने च भी कोई सरकार सुनेगी, यदि कोई गारंटी है? फिर आप सारी उम्र सड़क ते ही कढ़ांगे। हुण इस करके किते ना किते सानू सोचना पेगा, सानू सोचना पेगा कि सरकार नूं जदों तक आप मजबूर नहीं करते, ये और सरकार है, जदों तक आप मजबूर नहीं करते भी इनू देना ही पे, इनू मनना ही पवे, उदों तक साडा हल नहीं होना। दूजा मैं थोड़ा जा जिक्र करना चाहांगा, वैसे तो ये स्टेज जिहड़ी है उहदी नहीं है, पर थोड़ा जा जिक्र करना चाहांगा भी तुहाडा जिहड़ा ये हाल है, तुहाडा जिहड़ा ग्राफ थल्ले गया है, जिथे उत्तम खेती सी अज उत्तम खेती नहीं रही, जिथे साडे बजुर्ग अपने मुंडे नूं नौकरी नहीं सी करांदे, अज आपां नौकरी वास्ते पैसे दे रहे हैं। ये हाल साडा किहने कीता है? आपां अज लड़ रहे हैं, ये कानून किहने बनाए ने जिन्हां पिछे आपां तड़वाण वास्ते लड़ रहे हैं, मुकदमे भी बनवा रहे हैं, डांगा भी खा रहे हैं, कतल भी साडे कर रहे ने। ये कौन लोग ने? ये ने साडे देश दे राजनेता, ये ने साडे देश दे हाकम। इन्हां नूं हुकूमत किहने दित्ती? इन्हां नूं राजनेता किहने बनाया? इन्हां दे हथ पावर किहने दित्ती? ताकत किहने दित्ती? किहने अज जिहड़ा लुट रहा, तुसीं कानून बना के तुहानूं लुटिया जा रहा है। अज हथियारां दे बल ते नहीं सानूं लुट रहे, कानून बना के लुट रहे ने। वो कानून किहने बनाए? साडे नीतिकारां ने, साडे नेता ने। वो नेता किहने बनाए? वो तुसीं बनाए। जदों तुसीं नेता बनांदे हो, जदों तुसीं सरकार चुनदे हो, जे तुहाडे हत्थ कुंजी है, फिर वो ताला क्यों नहीं खुलदा? वो जिंदरा क्यों नहीं खुलदा जिहदी चाबी तुहाडे कोल है? फिर तुसीं बनाओ। फिर बनाया जे कांग्रेस नूं, फिर बनाया जे बादल नूं, फिर बनाया जे आप नूं, फिर गालां कड्ढी जाए जे 5 साल बनाओ। आ गया इलैक्शन 2022 च, बई किसी नूं तो बनाओगे, फिर बनाओगे, फिर लड़ोगे, फिर तुहानूं कुट्टणगे। बई जद लाज तुहाडे कोल है, जदों कुंजी तुहाडे कोल है, तुसीं ओह कुंजी लांदे क्यों नहीं? मैनूं समझ नहीं आ रही गल दी। यूपी जिथे उन्होंने किसानों नूं मारता, कुचलते किसान, यूपी दे विच 8 करोड़ वोट किसानां दी है, जमीन वालियां दी। 8 करोड़ वोट किसानां दी, 3.5 करोड़ नाल सरकार बन गई। पंजाब दे विच 80 लाख तो वध वोट किसानां दी है, 59 लाख वोट नाल सरकार बन गई। तुहाडे कोल कुंजी ते है, तुसीं लांदे ही नहीं। अद्धे तलवे चटदे ने जाके कांग्रेस दे, अद्धे तलवे चटदे ने जाके अकाली दल दे, अद्धे तलवे चटदे ने आम आदमी पार्टी दे। चट्टी जाओ फिर भरा। इस तरह ही रखिया जी अगे भी। मेरे तो लिखवा लो, लिखवा लो, ता उमर जे तुहाडे च कोई सुधार हो जे तो मेरा कन्न फड़ लिया जी। ता उमर सुधार हो जे तो नहीं हो सकता, किसी हालत नहीं हो सकता। क्यों? पैसे तो सत्ता, सत्ता तो पैसा, फिर पैसे तो सत्ता, फिर सत्ता तो पैसा। एक बारी MLA बन जाए 100 करोड़ का मालिक तो बन ही जाता है। क्यों? फैक्ट्री लगी उहदे कोल। आपां उहनां दे ही तलवे चटदे आ, आपां उहनां नूं ही सलूट मारदे आ, आपां उहनां दी ही जय जयकार करदे आ। हुण 2022 च फिर जे तुसीं उहनां नूं बनाता ते फिर कसूर किहदा होएगा? उहनां दा कि तुहाडा? तुसीं बदल सकदे हो, तुसीं बदल सकदे हो, तुसीं उहनां तो सरकार खो सकदे हो। तुसीं आ जिहड़ी रिवायती पार्टी इन्हां नूं तुसीं कहा पिंडां 'च नहीं वड़न देना, ना वड़न दो, फिर वोट किहदे कोल पाओगे? कर दो बहिष्कार। पहला कीता सी ना, पहला तुसीं बहिष्कार कीता सी कि असीं इलैक्शन दे विच हिस्सा नहीं लेना। 13% वोट पए सी,
ਤੁਹਾਡੀ ਗੱਲ ਮੰਨੀ ਸੀ, ਸਾਡੇ ਨੇਤਾ ਦੀ ਗੱਲ ਮੰਨੀ ਸੀ। ਲੋਕਾਂ ਨੇ 13% ਵੋਟ ਪਏ ਸੀ ਪੂਰੇ ਪੰਜਾਬ ਦੇ ਵਿੱਚ। 13% ਵੋਟ ਵਾਲਿਆਂ ਨੇ ਆ ਕੇ 25,000 ਮੁੰਡੇ ਮਾਰੇ ਸੀ ਗੋਲੀਆਂ ਨਾਲ। 25,000 ਮੁੰਡੇ ਮਾਰੇ ਸੀ ਗੋਲੀਆਂ ਨਾਲ 13% ਵੋਟ ਲੈ ਕੇ। ਕਰੋ ਬਹਿਸ਼ਕਾਰੋ, ਕਰਕੇ ਦੇਖ ਲਿਓ। ਤੁਹਾਡੇ ਕੋਲ ਕੋਈ ਇਲਾਜ ਨਹੀਂ ਹੈ, ਤੁਹਾਡੀ ਵੋਟ ਹੈ। ਤੁਸੀਂ ਆਪਣੇ ਵਿੱਚੋਂ ਜੇ ਅੱਜ ਫੂਲ ਸਾਹਿਬ ਮੁੱਖ ਮੰਤਰੀ ਹੁੰਦੇ, ਜੇ ਕੀ ਫੇਰ ਇਹ ਕਾਨੂੰਨ ਬਣਦੇ? ਜੇ ਅੱਜ ਪ੍ਰਧਾਨ ਮੰਤਰੀ ਫੂਲ ਸਾਹਿਬ ਹੁੰਦੇ ਤੇ ਕੀ ਇਹ ਕਾਨੂੰਨ ਬਣਦੇ? ਫਿਰ ਤੁਹਾਨੂੰ ਸੜਕਾਂ ਤੇ ਬੈਠਣਾ ਪੈਂਦਾ। ਫਿਰ ਤੁਸੀਂ ਕੰਪਨੀਆਂ ਖੋਹ ਕੇ ਨਾ, ਤੁਹਾਡੇ ਤੇ 18 ਏਕੜ ਦੀ ਸੀਲਿੰਗ ਲੱਗੀ ਹੈ, ਤੁਹਾਡੀ ਜ਼ਮੀਨਾਂ ਖੋਹੀਆਂ ਨੇ ਨਾ। ਜਿਹਦੇ ਕੋਲ 18 ਏਕੜ ਤੋਂ ਜ਼ਿਆਦਾ ਹੈ ਸੀ, ਉਸ ਤੋਂ ਜ਼ਮੀਨ ਖੋਹ ਕੇ ਸਰਕਾਰ ਨੇ ਵੰਡੀ। ਤੇ ਉਹ ਸਰਕਾਰ ਕਰ ਸਕਦੀ ਹੈ। ਸਰਕਾਰ ਨੇ ਜਿਹੜੇ ਬੈਂਕ ਸੀ, ਪ੍ਰਾਈਵੇਟ ਬੈਂਕ ਸੀ, ਇੰਦਰਾ ਗਾਂਧੀ ਨੇ ਸਾਰੇ ਸਰਕਾਰ ਦੇ ਅੰਡਰ ਕਰ ਲਏ ਸੀ। ਕਰ ਸਕਦੀ ਹੈ। ਇਹਨਾਂ ਦੀ ਕੰਪਨੀਆਂ ਖੋਹ ਕੇ ਹੁਣ ਵੀ, ਜੇ ਤੁਹਾਡੀ ਸਰਕਾਰ ਹੋਏ ਜਾਂ ਤੁਹਾਡੇ ਪੱਖ ਦੀ ਕੋਈ ਸਰਕਾਰ ਆ ਜੇ, ਹੁਣ ਵੀ ਕੰਪਨੀਆਂ ਖੋਹ ਕੇ ਜਨਤਾ ਦੇ ਨਾਂ ਕਰ ਸਕਦੀ ਹੈ, ਸਰਕਾਰ ਦੇ ਨਾਂ ਕਰ ਸਕਦੀ ਹੈ। ਜਿਹੜਾ ਮੁਨਾਫਾ ਹੋਏਗਾ ਸਾਰਿਆਂ ਦਾ ਹੋਏਗਾ। ਇਸ ਕਰਕੇ ਇਸ ਤੇ ਵਿਚਾਰ ਕਰਨ ਦੀ ਗੱਲ ਹੈ। ਤੁਸੀਂ ਆਪਣੇ ਵਿੱਚੋਂ ਵੀ ਉਮੀਦਵਾਰ ਖੜੇ ਕਰ ਸਕਦੇ ਹੋ। ਤੇ ਮੈਂ ਬਹੁਤ ਹੀ ਜ਼ਿਆਦਾ ਆਪਣੀ ਗੱਲ ਨੂੰ ਲੰਬੀ ਨਾ ਕਰਦਾ ਹੈ, ਕਿਉਂਕਿ ਤੁਸੀਂ ਵੀ ਬੜੇ ਦੇਰ ਤੋਂ ਬੈਠੇ ਹੋ, ਕਈ ਹਜੇ ਹੋਰ 2-3 ਬੁਲਾਰੇ ਰਹਿੰਦੇ ਨੇ। ਤੇ ਮੈਂ ਇੰਨੀ ਕੁ ਬੇਨਤੀ ਕਰਾਂਗਾ ਕਿ ਇਹ ਅੰਦੋਲਨ ਆਪਾਂ ਨੇ ਆਖਰੀ ਸਾਂਸ ਤੱਕ ਲੜਨਾ ਹੈ। ਹਰ ਪਿੰਡ ਚੋਂ ਘੱਟ ਤੋਂ ਘੱਟ 10 ਬੰਦੇ ਉਸ ਬਾਰਡਰ ਤੇ ਹਾਜ਼ਰੀ ਜ਼ਰੂਰ ਰੱਖੋ। ਇਹ ਅੰਦੋਲਨ ਲੜਨਾ ਆਪਣੀ ਮਜਬੂਰੀ ਹੈ। ਨੁਕਸਾਨ ਜਿੰਨਾ ਮਰਜ਼ੀ ਹੋਏ, ਤਬਾਹੀ ਜਿੰਨੀ ਮਰਜ਼ੀ ਹੋਏ, ਜੋ ਮਰਜ਼ੀ ਹੋਏ, ਲੜਨਾ ਹੀ ਪਏਗਾ। ਦੂਜਾ, ਸਾਨੂੰ ਥੋੜਾ ਜਿਹਾ ਸਖਤ ਰਵੱਈਆ ਸਰਕਾਰ ਦੇ ਅੱਗੇ ਕਰਨਾ ਪਏਗਾ। ਇਸ ਤਰ੍ਹਾਂ ਸਰਕਾਰ ਕੋਈ ਨਹੀਂ ਮੰਨਦੀ। ਤੇ ਤੀਜਾ, ਜਿਹੜੀ ਮੈਂ ਬੇਨਤੀ ਆਖਰ ਦੇ ਵਿੱਚ ਕੀਤੀ ਹੈ, ਇਹ ਸਾਰੀ ਪੈਰਲਲ ਆਪਾਂ ਨੂੰ ਚਲਾਉਣੀਆਂ ਪੈਣੀਆਂ ਨੇ। ਇੱਕ ਮੋਰਚੇ ਤੇ ਜੇ ਆਪਾਂ ਫੇਲ ਹੁੰਦੇ ਆ, ਦੂਏ ਮੋਰਚੇ ਤੇ ਕਾਮਯਾਬ ਹੋਈਏ, ਦੂਏ ਮੋਰਚੇ ਤੇ ਫੇਲ ਹੁੰਦੇ ਆ, ਤੀਜੇ ਮੋਰਚੇ ਤੇ ਕਾਮਯਾਬ ਹੋਈਏ। ਆਪਾਂ ਸਾਰੇ ਪਾਸਿਓਂ ਘੇਰ ਘੂਰ ਕੇ ਇਹਨਾਂ ਨੂੰ ਕੁੱਟੀਏ ਤੇ ਤਾਂ ਜਾ ਕੇ ਕੋਈ ਹੱਲ ਨਿਕਲਣਾ ਹੈ। ਤੇ ਤੁਸੀਂ ਮੈਨੂੰ ਇੱਥੇ ਆਉਣ ਦਾ ਮੌਕਾ ਦਿੱਤਾ, ਤੁਹਾਡੇ ਦਰਸ਼ਨ ਕਰਨ ਦਾ ਮੌਕਾ ਦਿੱਤਾ, ਤੁਸੀਂ ਮੇਰੀ ਗੱਲ ਸੁਣੀ। ਸਭ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।